म्यूजिक बंद करो। अपना आपदे ਸਰੋਤਿਆਂ ਨੂੰ ਸੁਭਾਸ਼ ਸ਼ਰਮਾ ਦਾ ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ ਕੈਂਸਰ ਉੱਤੇ। ਸਭ ਤੋਂ ਪਹਿਲਾਂ ਤੇ ਅੱਜ ਅਸੀਂ ਆਪਣੇ ਮਹਿਮਾਨ ਡਾਕਟਰ SS ਮੁਦਗਲ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਨਮਸਕਾਰ ਜੀ। ਡਾਕਟਰ ਸਾਹਿਬ ਨਮਸਕਾਰ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਏ ਜੇ ਪ੍ਰੋਗਰਾਮ ਸਾਡੇ 'ਚ। ਔਰ ਬੜੇ ਸਰੋਤਾਂ ਦੀਆਂ ਡਿਮਾਂਡਸ ਨੇ ਵੀ ਡਾਕਟਰ ਸਾਹਿਬ ਨੂੰ ਵੱਖਰੇ ਦੇ ਡਿਪਾਰਟਮੈਂਟ ਦੇ ਉਹਨਾਂ ਟੌਪਿਕ ਦੇ ਉੱਤੇ ਉਹਨਾਂ ਦੇ ਵਿਚਾਰ ਰਖਾਓ। ਅਤੇ ਅਸੀਂ ਅੱਜ ਸੋਚਿਆ ਕਿ ਕੈਂਸਰ ਉੱਤੇ ਗੱਲਬਾਤ ਕਰੀਏ, ਕਿਉਂਕਿ ਕੈਂਸਰ ਇੱਕ ਬੜੀ ਭਿਆਨਕ ਬਿਮਾਰੀ ਹੈ ਔਰ ਜਿਹਦਾ ਬਹੁਤ ਮਹਿੰਗਾ ਇਲਾਜ ਔਰ ਕਈ ਵਾਰ ਤਾਂ ਇਹਦਾ ਇਲਾਜ ਵੀ ਨਹੀਂ ਹੁੰਦਾ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਹਨੂੰ ਡਿਟੇਲ ਸਮਝਾਓ। ਪਹਿਲਾਂ ਤਾਂ ਇਹ ਦੱਸੋ ਕਿ ਕੈਂਸਰ ਕੀ ਹੁੰਦਾ ਹੈ, ਇਹਦੇ ਕਾਰਨ ਕੀ ਹੁੰਦੇ, ਅਤੇ ਇਹਦੀ ਪਰਿਭਾਸ਼ਾ ਡਿਟੇਲ ਸਮਝਾਓ ਜਰਾ ਵੀ ਕੈਂਸਰ ਕੀ ਹੈ। ਸੁਭਾਸ਼ ਜੀ, ਕੈਂਸਰ ਜਿਹੜਾ ਹੈ ਉਹ ਇੱਕ ਇਸ ਤਰ੍ਹਾਂ ਦਾ ਰੋਗ ਹੈ ਜਿਸ ਵਿੱਚ ਸਰੀਰ ਦੇ ਜਿਹੜੇ ਸੈੱਲਸ ਨੇ, ਪਹਿਲਾਂ ਤਾਂ ਇਹ ਸਮਝੀਏ ਕਿ ਸਾਡਾ ਸਰੀਰ ਜਿਹੜਾ ਹੈ ਉਹ ਬਣਿਆ ਹੋਇਆ ਹੈ ਥਾਊਜ਼ੈਂਡਸ ਐਂਡ ਮਿਲੀਅਨਸ ਐਂਡ ਬਿਲੀਅਨਸ ਆਫ ਸੈੱਲਸ। ਇਕਾਈ ਜਿਹੜੀ ਹੁੰਦੀ ਹੈ ਨਾ, ਜਿਸ ਤਰ੍ਹਾਂ ਇੱਟ ਹੁੰਦੀ ਹੈ ਨਾ ਮਕਾਨ ਦੀ, ਇਸੇ ਤਰ੍ਹਾਂ ਬਾਡੀ ਵਿੱਚ ਸੈੱਲ ਹੁੰਦੇ ਨੇ। ਤੇ ਸੈੱਲ ਜਿਹੜੇ ਸੈੱਲ ਨੇ ਉਹ ਰੋਜ਼ ਨਵੇਂ ਵੀ ਨੇ ਤੇ ਪੁਰਾਣੇ ਹੋ ਕੇ ਮਰਦੇ ਵੀ ਰਹਿੰਦੇ ਨੇ। ਤੇ ਅਲੱਗ-ਅਲੱਗ ਸੈੱਲ ਦੀ ਅਲੱਗ-ਅਲੱਗ ਲਾਈਫ ਹੁੰਦੀ ਹੈ ਕਿ ਵੀ ਕਿੰਨੇ ਦਿਨ ਦੀ। ਜਿਸ ਤਰ੍ਹਾਂ ਬਲੱਡ ਵਿੱਚ RBC ਨੂੰ ਸਭ ਜਾਣਦੇ ਨੇ, ਰੈੱਡ ਬਲੱਡ ਕਾਰਪਸ, ਉਹਨਾਂ ਦੀ ਲਾਈਫ ਲਗਭਗ 90 ਦਿਨ ਦੀ ਹੁੰਦੀ ਹੈ। ਹੁੰਦਾ ਕੀ ਹੈ ਕਿ ਜਦ ਇਹ ਸੈੱਲ ਬਣਦੇ ਨੇ, ਜਿਸ ਤਰ੍ਹਾਂ ਅਸੀਂ RBC ਲਿਆ, ਇਹ ਬਣਦੇ ਨੇ ਬੋਨ ਤੇ ਸਪਲੀਟ ਹੋਰ ਵੀ, ਤੇ ਉੱਥੇ ਜਿਸ ਵੇਲੇ ਬਣਦੇ ਹੈ ਤੇ ਮੈਚਿਓਰ ਹੋਣ ਤੋਂ ਪਹਿਲਾਂ ਹੀ ਇਹ ਮਲਟੀਪਲਾਈ ਕਰਨੇ ਸ਼ੁਰੂ ਕਰ ਜਾਂਦੇ ਆ ਕੈਂਸਰ ਵਿੱਚ। ਯਾਨੀ ਹੋ ਜਾ ਤੇ ਬੁੱਢੇ ਹੋਣ ਤੋਂ ਪਹਿਲਾਂ ਇਹ ਜਿਸ ਤਰ੍ਹਾਂ ਵਧਣਾ ਸ਼ੁਰੂ ਕਰਨਗੇ, ਮਲਟੀਪਲਾਈ ਕਰਨਾ ਸ਼ੁਰੂ ਕਰਨਗੇ, ਤੇ ਮਰਨਗੇ ਹੀ ਨਹੀਂ। ਇਹ ਬਾਤ ਕਰਕੇ ਠੀਕ ਉਹ ਡਿਵੀਜ਼ਨ ਨਾਲ ਹੁੰਦਾ ਕੀ ਹੈ, ਦੋ ਤਰੀਕੇ ਦੇ ਉਹ ਹੁੰਦੇ ਨੇ ਅਸਰ। ਪਹਿਲਾ ਅਸਰ ਤਾਂ ਹੈਗਾ ਲੋਕਲ ਅਸਰ ਹੈ ਕਿ ਜਦ ਇਹ ਬਹੁਤ ਜ਼ਿਆਦਾ ਵੱਧ ਜਾਂਦੇ ਹੈ, ਵਿੱਚ ਵੱਧ ਗਏ, ਤੇ ਲੀਵਰ ਦੇ ਜਿਹੜੇ ਨਾਰਮਲ ਸੈੱਲ ਹੈ ਉਹਨਾਂ ਨੂੰ ਧਕੇਲਣਾ ਸ਼ੁਰੂ ਕਰ ਦਿੰਦੇ ਦਬਾਅ ਪਾ ਕੇ। ਤੇ ਜਿਹੜੇ ਨਾਰਮਲ ਸੈੱਲ ਜਿਹੜੇ ਨੇ ਉਹ ਮਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਦਬਾਅ ਹੈ, ਪ੍ਰੈਸ਼ਰ ਹੈ। ਉਹ ਜਿਸ ਤਰ੍ਹਾਂ ਕਮਰੇ ਵਿੱਚ ਬਹੁਤ ਭੀੜ ਹੋ ਜਾਏ ਤਾਂ ਜਿਹੜਾ ਤਗੜਾ ਬੰਦਾ ਹੈ ਉਹ ਕਮਜ਼ੋਰ ਬੰਦਿਆਂ ਨੂੰ ਪਿੱਛੇ ਧੱਕਾ ਦਿੰਦਾ, ਦੀਵਾਰ ਨਾਲ ਪਾ ਦਿੰਦਾ। ਉਸੇ ਤਰ੍ਹਾਂ ਇਹ ਤਾਂ ਹੋ ਗਿਆ ਲੋਕਲ। ਫਿਰ ਹੁੰਦਾ ਮੈਟਾਸਟੈਟਿਕ, ਯਾਨੀ ਦੂਜੇ ਅੰਗਾਂ 'ਚ ਹੁੰਦਾ ਕੀ ਹੈ। ਅਸੀਂ ਇੱਕ ਐਗਜ਼ਾਮਪਲ ਲੈਂਦੇ ਕਿ ਵੀ ਬੱਚਾ ਸਾਡਾ ਵਿਗੜਨਾ ਸ਼ੁਰੂ ਕਰਦਾ ਹੈ, ਨਸ਼ੇੜੀ ਹੋ ਜਾਂਦਾ, ਹੋਰ ਕੁਝ ਹੋ ਜਾਂਦਾ ਹੈ। ਤਾਂ ਪਹਿਲਾਂ ਕੀ ਕਰਦਾ ਹੈ, ਉਹ ਘਰ ਹੀ ਚੋਰੀ ਕਰਦਾ ਹੈ, ਘਰ ਦਾ ਸਮਾਨ ਵੇਚਦਾ ਹੈ। ਜਦ ਘਰ ਵਾਲੇ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਪੜੋਸੀਆਂ ਦੇ ਵਿੱਚ ਘੁਸ ਜਾਂਦਾ, ਉਹਨਾਂ ਦਾ ਕੋਈ ਬਾਹਰ ਸਮਾਨ ਪਿਆ ਉਹਨੂੰ ਚੁੱਕ ਲੈਂਦਾ। ਇਹ ਸੈੱਲ ਜਦ ਬਾਹਰ ਨਿਕਲਣਾ ਸ਼ੁਰੂ ਕਰਦੇ ਹੈ ਤੇ ਦੂਜੇ ਅੰਗਾਂ ਵਿੱਚ ਪਹੁੰਚ ਜਾਂਦੇ ਨੇ, ਉਹਨਾਂ ਨੂੰ ਮੈਟਾਸਟੈਟਿਕ ਮੈਟਾਸਟੈਸਿਸ ਕਹਿੰਦੇ ਆ। ਉੱਥੇ ਜਾ ਕੇ ਵੀ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ, ਉੱਥੇ ਜਾ ਕੇ ਵੀ ਇਹ ਸਿੰਪਟਮ ਸ਼ੁਰੂ ਕਰ ਦਿੰਦੇ ਨੇ। ਇਹ ਕੈਂਸਰ ਹੈਗਾ। ਤੇ ਇਹ ਨਾਓ ਆਈ ਵਾਂਟ ਟੂ ਟੈਲ ਕਿ ਵੀ ਕੈਂਸਰ ਜਿਹੜਾ ਹੈ ਉਹ ਜ਼ਿਆਦਾਤਰ 5 ਤਰ੍ਹਾਂ ਦੇ ਕੈਂਸਰ ਹੁੰਦੇ ਨੇ, ਯਾਨੀ ਅੰਗਾਂ ਦੇ ਨਾਲ। ਪਹਿਲਾ ਤਾਂ ਹੈ ਲੰਗਸ ਦਾ ਕੈਂਸਰ, ਜਿਹੜਾ ਜ਼ਿਆਦਾਤਰ ਟੋਬੈਕੋ ਨਾਲ ਹੁੰਦਾ ਹੈ, ਸਿਗਰਟ ਪੀਣ ਨਾਲ। ਲੰਗਸ ਤੇ ਗਲੇ ਦਾ ਕੈਂਸਰ ਉਹ ਸਭ ਤੋਂ ਜ਼ਿਆਦਾ ਹੁੰਦਾ ਦੁਨੀਆ ਵਿੱਚ। ਦੂਜਾ ਹੁੰਦਾ ਬ੍ਰੈਸਟ ਕੈਂਸਰ, ਜਿਹੜਾ ਲੇਡੀਜ਼ ਵਿੱਚ ਹੁੰਦਾ, ਕਦੀ ਕਦੀ ਮੇਲ ਵਿੱਚ ਵੀ ਹੋ ਜਾਂਦਾ, ਇਹ ਨਹੀਂ ਹੈ, ਪਰ ਬਹੁਤ ਥੋੜਾ ਹੁੰਦਾ। ਤੀਜਾ ਜਿਹੜਾ ਹੁੰਦਾ ਆਂਤਾਂ ਦਾ, ਬੜੀ ਆਂਤ ਦਾ, ਜਿਹਨੂੰ ਅਸੀਂ ਕੋਲੋਰੈਕਟਲ ਕੈਂਸਰ ਕਹਿੰਦੇ ਆ।
ਤੇ ਚੌਥਾ ਹੈਗਾ ਪ੍ਰੋਸਟੇਟ ਦਾ ਕੈਂਸਰ, ਜਿਹੜਾ ਪੁਰਸ਼ਾਂ ਵਿੱਚ ਹੁੰਦਾ ਹੈ। ਤੇ ਪੰਜਵਾਂ ਜਿਹੜਾ ਹੈਗਾ ਉਹ ਸਕਿਨ ਕੈਂਸਰ ਹੈ, ਜੋ ਜ਼ਿਆਦਾਤਰ ਪੱਛਮੀ ਦੇਸ਼ਾਂ ਵਿੱਚ ਹੁੰਦਾ ਹੈ। ਜਿਹੜੇ ਬਹੁਤ ਗੋਰੇ ਹੁੰਦੇ ਆ, ਮੈਲਾਨਿਨ ਪਿਗਮੈਂਟ ਨਹੀਂ ਹੁੰਦਾ ਜਿਨ੍ਹਾਂ ਦੀ ਸਕਿਨ ਵਿੱਚ, ਉਹਨਾਂ ਨੂੰ ਹੀ ਜ਼ਿਆਦਾ ਹੁੰਦਾ ਹੈ। ਅਲਟਰਾਵਾਇਲਟ ਰੇਜ਼ ਜਿਹੜੀ ਹੈ ਉਹਨਾਂ ਦੀ। ਨਾਓ ਦ ਕੁਐਸਚਨ ਕਮਸ ਕਿ ਯਾਨੀ ਪ੍ਰਸ਼ਨ ਇਹ ਉੱਠਦਾ ਹੈ ਕਿ ਕੈਂਸਰ ਨੂੰ ਪਛਾਣੀਏ ਕਿਸ ਤਰ੍ਹਾਂ। ਸਭ ਤੋਂ ਵੱਡਾ ਤਰੀਕਾ ਪਛਾਣਨ ਦਾ ਕੁਝ ਲੱਖਣ ਨੇ। 2-3 ਲੱਖਣ ਤਾਂ ਹਰ ਕੈਂਸਰ ਵਿੱਚ ਹੀ ਹੁੰਦੇ ਨੇ। ਪਹਿਲਾ ਤਾਂ ਹੈ ਕਿ ਭੁੱਖ ਲੱਗਣੀ ਅਚਾਨਕ ਕਮ ਹੋ ਜਾਂਦੀ ਹੈ ਤੇ ਪਤਾ ਨਹੀਂ ਲੱਗਦਾ ਬੰਦੇ ਨੂੰ ਕੀ ਹੋਇਆ, ਕੋਈ ਹੋਰ ਬਿਮਾਰੀ ਨਹੀਂ ਲੱਗਦੀ, ਕੋਈ ਹੋਰ ਸਿੰਪਟਮ ਲੱਖਣ ਨਹੀਂ ਹੁੰਦਾ। ਤੇ ਦੂਜਾ ਹੈ ਵਜਨ ਕਮ ਹੋ ਜਾਣਾ। ਤੇ ਤੀਜਾ ਜਿਹੜਾ ਹੈ ਉਹ ਹੁੰਦਾ ਕਿ ਥਕਾਨ ਤੇ ਹਲਕਾ ਹਲਕਾ ਬੁਖਾਰ ਵੀ ਹੋ ਜਾਂਦਾ। ਤੇ ਜੇਕਰ ਕਿਸੇ ਬੰਦੇ ਨੂੰ ਅਚਾਨਕ 10-12 ਦਿਨਾਂ ਤੋਂ ਜ਼ਿਆਦਾ ਭੁੱਖ ਲੱਗਣੀ ਬੰਦ ਹੋ ਜਾਏ, ਜਾਂ ਅਚਾਨਕ ਵਜਨ ਵਜਨ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਏ ਤੇ ਕਾਰਨ ਨਾ ਲੱਗੇ, ਤਾਂ ਉਹਨੂੰ ਚਾਹੀਦਾ ਹੈ ਕਿ ਵੀ ਉਹ ਆਪਣੀ ਕੈਂਸਰ ਦੀ ਸਕਰੀਨਿੰਗ ਕਰਾਏ। ਹੋਰ ਵੀ ਲੱਖਣ ਨੇ, ਜਿਸ ਤਰ੍ਹਾਂ ਮੈਂ ਦੱਸਿਆ ਕਿ ਵੀ ਥਕਾਨ ਤੇ ਵਜਨ ਵਿੱਚ ਬਦਲਾਵ, ਇਹ ਪਹਿਲੇ ਹੈਗੇ। ਦੂਜਾ ਹੈ ਕਿ ਮਲ ਮੂਤਰ ਦੀ ਤਿਆਗ ਦੀ ਆਦਤ ਵਿੱਚ ਵੀ ਫਰਕ ਪੈ ਸਕਦਾ ਹੈ। ਕਿਸੇ ਨੂੰ ਕਬਜ਼ ਹੋ ਜਾਂਦੀ ਹੈ, ਕਦੀ ਦਸਤ ਹੋ ਜਾਂਦੇ ਨੇ। ਇਹ ਵੀ ਇੱਕ ਕਾਰਨ ਹੈ ਕਿ ਵੀ ਅਚਾਨਕ ਬਾਰ-ਬਾਰ ਇਹ ਹੋਏ ਤੇ ਹੋਰ ਕੋਈ ਕਾਰਨ ਹੋਏ ਨਾ, ਯਾਨੀ ਫੂਡ ਪੋਇਜ਼ਨਿੰਗ, ਕਿਤੇ ਬਾਹਰ ਖਾਣਾ ਵੀ ਨਾ ਖਾਇਆ ਹੋਏ, ਹੋਰ ਵੀ ਕੋਈ ਚੀਜ਼ ਨਾ ਹੋਏ, ਤਾਂ ਫਿਰ ਇਹ ਜੇ ਮਲ ਮੂਤਰ ਤਿਆਗ ਦੀ ਆਦਤ ਵਿੱਚ ਬਦਲਾਵ ਆ ਜਾਏ ਕਿ ਪਹਿਲਾਂ 1 ਵਾਰੀ ਜਾਂਦਾ ਸੀ, ਫਿਰ 3 ਵਾਰੀ ਜਾਣਾ ਸ਼ੁਰੂ ਕਰਦੇ, ਜਾਂ ਪਹਿਲਾਂ ਰੋਜ਼ ਜਾਂਦਾ ਸੀ, ਉਹਦੀ ਥਾਂ ਤੇ ਤੀਜੇ ਚੌਥੇ ਦਿਨ ਜਾਣਾ ਸ਼ੁਰੂ ਕਰਦੇ। ਇੱਕ ਇਹ ਲੱਖਣ। ਦੂਜਾ ਹੈ ਕਿ ਖਾਂਸੀ, ਹਲਕੀ ਜਿਹੀ ਖਾਂਸੀ ਹੋਣੀ ਸ਼ੁਰੂ ਕਰ ਜਾਏ ਤੇ ਜਿਹੜਾ ਬੋਲਣ ਵਿੱਚ ਖਾਂਸੀ ਵੱਧ ਜਾਏ, ਇਹ ਵੀ 15-20 ਦਿਨ ਹੋ ਜਾਏ। ਇੱਕ ਹੋਰ ਹੁੰਦਾ ਹੈ ਕਿ ਆਵਾਜ਼ ਵਿੱਚ ਕੋਈ ਪਰੇਸ਼ਾਨੀ ਹੋ ਜਾਏ, ਘਰਘਰਾਹਟ ਹੋ ਜਾਏ, ਭਾਰੀ ਹੋ ਜਾਏ, ਸਾਹ ਲੈਣ ਵਿੱਚ ਤਕਲੀਫ ਹੋ ਜਾਏ, ਜਾਂ ਖਾਣਾ ਖਾਣ ਦੇ ਬਾਅਦ ਅਚਾਨਕ ਬੇਚੈਨੀ ਹੋ ਜਾਏ। ਇਹ ਜਿਹੜੀ ਨਾ ਕਦੀ ਕਦੀ ਕੀ ਹੁੰਦਾ ਕਿ ਮਾਸਪੇਸ਼ੀਆਂ, ਜੋੜਾਂ ਵਿੱਚ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਰਾਤ ਨੂੰ ਲਗਾਤਾਰ 2-3 ਹਫ਼ਤੇ ਤੱਕ ਪਸੀਨਾ ਹੀ ਆਏ ਤੇ ਕੋਈ ਹੋਰ ਕਾਰਨ ਪਤਾ ਨਾ ਲੱਗੇ। ਲੇਡੀਜ਼ ਵਿੱਚ ਜਿਹੜਾ ਲਿਊਕੇਰੀਆ ਹੁੰਦਾ ਹੈ, ਉਹਦਾ ਲਿਊਕੇਰੀਆ ਇਜ਼ ਅ ਨਾਰਮਲ ਥਿੰਗ। ਉਹ ਸਰੀਰ ਨੂੰ ਜਿਸ ਤਰ੍ਹਾਂ ਆਇਲਿੰਗ ਕਰਨ ਦਾ ਪ੍ਰੋਸੈਸ ਹੁੰਦਾ, ਪਰ ਉਹ ਜ਼ਿਆਦਾ ਆਉਣਾ ਸ਼ੁਰੂ ਹੋ ਜਾਏ। ਇਹ ਵੀ, ਜਾਂ ਬਲਗਮ ਵਿੱਚ, ਮਲ ਮੂਤਰ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਏ। ਕੋਈ ਘਾਹ ਜਿਹੜਾ ਹੈ ਉਹ ਜਲਦੀ ਹੀਲ ਨਾ ਕਰੇ ਇਲਾਜ ਕਰਨ ਦੇ ਬਾਅਦ। ਇਹ ਸਾਰੇ ਲੱਖਣ ਜਿਹੜੇ ਨੇ ਇਹ ਚਿੰਤਾ ਦੇ ਕਾਰਨ ਹੁੰਦੇ, ਤੇ ਬੰਦੇ ਨੂੰ ਸੰਕੇਤ ਹੁੰਦਾ ਹੈ ਕਿ ਵੀ ਉਹ ਡਾਕਟਰ ਕੋਲ ਜਾਏ। ਫਿਰ ਮਹਿਲਾਵਾਂ ਵਿੱਚ ਅਲੱਗ ਲੱਖਣ ਹੁੰਦੇ ਨੇ, ਜਿਸ ਤਰ੍ਹਾਂ ਜਿਹੜਾ ਨਿੱਪਲ ਹੈ ਬ੍ਰੈਸਟ ਦਾ, ਉਹ ਉਸ ਤੋਂ ਕੋਈ ਯਾਨੀ ਕਿ ਲਾਲ ਰੰਗ ਦਾ, ਗੁਲਾਬੀ ਰੰਗ ਦਾ ਪਾਣੀ ਆਉਣਾ ਸ਼ੁਰੂ ਹੋ ਜਾਏ, ਜਾਂ ਨਿੱਪਲ ਅੰਦਰ ਘੁਸ ਜਾਏ ਬ੍ਰੈਸਟ ਦੇ, ਇਹ ਹੁੰਦਾ ਹੈ। ਜਾਂ ਫਿਰ ਕੋਈ ਨਿੱਪਲ ਦੇ ਉੱਤੇ ਜ਼ਖਮ ਹੋ ਜਾਏ ਤੇ ਅਚਾਨਕ ਉਹਦੀ ਜਿਹੜੀ ਸੂਜਨ ਸ਼ੁਰੂ ਹੋ ਜਾਏ, ਜਾਂ ਫਿਰ ਬ੍ਰੈਸਟ ਵਿੱਚ ਕੋਈ ਗਾਂਠ, ਤੇ ਗਾਂਠ ਦੇਖਣੀ ਹੁੰਦੀ ਹੈ ਇੱਥੋਂ। ਇਸ ਤਰ੍ਹਾਂ ਦੇਖੋਗੇ ਤਾਂ ਹਰੇਕ ਬ੍ਰੈਸਟ ਵਿੱਚ ਗਾਂਠ ਦਿਖਾਈ ਦੇਗੀ। ਇਸ ਨੂੰ ਇਸ ਤਰ੍ਹਾਂ ਯਾਨੀ ਬ੍ਰੈਸਟ ਦੇ ਉੱਤੇ ਲੇਡੀ ਨੂੰ ਚਾਹੀਦਾ ਹੈ ਕਿ ਕਰੇ। ਤੇ ਪੁਰਸ਼ਾਂ ਵਿੱਚ ਆਮ ਲੱਖਣ ਹੁੰਦੇ ਹੈ ਕਿ ਬਈ ਜਿਹੜਾ ਸਕਰੋਟਮ ਹੈ, ਅੰਡਕੋਸ਼, ਉਹਦੇ ਵਿੱਚ ਕੋਈ ਗਾਂਠ ਹੋ ਜਾਏ, ਜਾਂ ਮੂਤਰ ਤਿਆਗ ਵਿੱਚ ਕੋਈ ਪਰਿਵਰਤਨ ਹੋ ਜਾਏ, ਯਾਨੀ ਕਰਨ ਦੇ ਪਹਿਲਾਂ ਧਾਰ ਬਣਦੀ ਸੀ, ਉਹ ਧਾਰ ਨਾ ਹੋਏ, ਉਹਦੇ ਰੰਗ ਵਿੱਚ ਫਰਕ ਆ ਜਾਏ, ਉਹਦੀ ਬਦਬੂ ਆਉਣੀ ਸ਼ੁਰੂ ਹੋ ਜਾਏ। ਇੱਕ ਹੋਰ ਚੀਜ਼ ਹੈਗੀ ਜਿਸ ਨੂੰ ਲੋਕੀ ਕੋਈ ਖਾਸ ਨਹੀਂ ਸਮਝਦੇ ਤੇ ਸ਼ਰਮ ਦੇ ਨਾਲ ਦੱਸਦੇ ਨਹੀਂ, ਉਹ ਹੈ ਈਡੀ, ਇਰੈਕਸ਼ਨ ਡਿਫਰੈਂਸ। ਯਾਨੀ ਕਿ ਪੈਨਿਸ ਦੀ ਇਰੈਕਸ਼ਨ ਪਹਿਲਾਂ ਜਿਸ ਤਰ੍ਹਾਂ ਹੁੰਦੀ ਸੀ ਉਹ ਨਾ ਹੋਏ। ਉਹ ਬੰਦਾ ਸੋਚਦਾ ਵੀ ਤੇਰੇ ਪੋਰਿਸ ਵਿੱਚ ਕਮੀ ਆ ਗਈ। ਇਹ ਵੀ ਕਾਰਨ ਹੋ ਸਕਦਾ ਹੈ ਕੈਂਸਰ ਦਾ। ਇਹ ਜੇਕਰ ਬਾਰ-ਬਾਰ ਹੁੰਦਾ ਹੈ ਨਾ, ਤੇ ਬੰਦੇ ਨੂੰ ਚਾਹੀਦਾ ਹੈ ਕਿ ਵੀ ਉਹ ਡਾਕਟਰ ਨੂੰ ਮਿਲੇ, ਸ਼ਰਮ ਨਾ ਕਰੇ।
ਇਹ ਨਾ ਸੋਚੇ ਕਿ ਵੀ ਮੈਂ ਤਾਂ ਹੁਣ ਮਰਦੀ ਨਹੀਂ ਰਿਹਾ। ਇਹ ਕਈ ਵਾਰ ਕੈਂਸਰ ਦਾ ਵੀ ਕਾਰਨ ਹੁੰਦਾ ਹੈ, ਬਹੁਤ ਜ਼ਿਆਦਾ ਵਾਰ ਤੇ ਚਿੰਤਾ ਦਾ ਕਾਰਨ ਹੁੰਦਾ ਹੈ, ਚਿੰਤਾ ਕਰਕੇ ਹੁੰਦਾ ਹੈ, ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੀ, ਪਰ ਕਈ ਵਾਰੀ ਕੈਂਸਰ ਦਾ ਵੀ ਕਾਰਨ। ਹੁਣ ਅਸੀਂ ਗੱਲ ਕਰਾਂਗੇ ਕਿ ਵੀ ਇਹਦੇ ਜੋਖਿਮ ਕੀ ਨੇ, ਕਿਸ ਨੂੰ ਜ਼ਿਆਦਾ ਹੁੰਦਾ। ਇੱਕ ਤਾਂ ਹੈ ਉਮਰ, ਜ਼ਿਆਦਾ ਜਿਹੜੀ ਵੱਡੀ ਉਮਰ ਹੈ 60 ਸਾਲ ਤੋਂ ਉੱਪਰ ਜਾ ਕੇ, ਉਸ ਵਿੱਚ ਜ਼ਿਆਦਾ ਚਾਂਸਸ ਹੁੰਦੇ ਆ ਕੈਂਸਰ, ਦੋਨਾਂ ਨੂੰ, ਮਹਿਲਾਵਾਂ ਨੂੰ ਵੀ ਤੇ ਪੁਰਸ਼ਾਂ ਨੂੰ ਵੀ। ਦੂਜਾ ਹੈ ਮੋਟਾਪਾ, ਕੋਈ ਜੰਕ ਫੂਡ ਖਾਣ ਤੋਂ ਕੋਲੋਰੈਕਟਲ ਹੁੰਦਾ ਹੈ, ਤੇ ਦਾਰੂ ਜ਼ਿਆਦਾ ਪੀਣ ਤੋਂ ਲੀਵਰ ਦੇ ਚਾਂਸਸ ਹੁੰਦੇ, ਪਹਿਲਾਂ ਸਿਰੋਸਿਸ ਹੁੰਦੀ ਹੈ, ਫਿਰ ਕੈਂਸਰ ਹੋ ਜਾਂਦਾ। ਇਸ ਜਿਹੜੇ ਹੋਰ ਵੀ ਕਾਰਨ ਨੇ ਉਹ ਹੈਗੇ ਫੈਮਿਲੀ ਹਿਸਟਰੀ। ਡਾਕਟਰ ਸਾਹਿਬ ਇੱਕ ਮਿੰਟ, ਤੁਸੀਂ ਜਿਹੜਾ ਦੱਸਿਆ ਵੀ ਪੈਨਿਸ ਦਾ ਜਿਹੜਾ ਇਰੈਕਸ਼ਨ ਦੇ ਬਾਰੇ, ਉਹ ਕਈ ਨਾ ਇਹ ਯੰਗ ਏਜ ਵਿੱਚ, ਓਲਡ ਏਜ ਵਿੱਚ ਤੇ ਵੈਸੇ ਵੀ ਉਹਦਾ ਫਰਕ ਪੈ ਜਾਂਦਾ ਉਮਰ ਦੇ ਲਿਹਾਜ਼ ਨਾਲ, ਲੇਕਿਨ ਇਹ ਯੰਗ ਏਜ ਦੇ ਵਿੱਚ ਇਹ ਸਿੰਪਟਮ ਨੇ। ਹਾਂਜੀ ਹਾਂ, ਯੰਗ ਏਜ ਵਿੱਚ ਵੀ ਸਿੰਪਟਮ ਹੋ ਜਾਂਦੇ ਆ। ਇਹ ਮੈਂ ਦੱਸਿਆ ਕਿ ਮੋਰ ਦੈਨ 90% ਤੇ ਉਹ ਹੁੰਦੇ ਐਂਗਜ਼ਾਇਟੀ ਦੇ ਨਾਲ ਜਿਹੜੇ ਹੈਗੇ, ਤੇ ਬਾਕੀ 10% ਵਿੱਚ ਬਹੁਤ ਸਾਰੇ ਕਾਰਨ ਆਉਂਦੇ ਨੇ, ਜਿਸ ਵਿੱਚ ਲੋਕਲ ਬਿਮਾਰੀਆਂ ਵੀ ਹੈ, ਜਿਸ ਤਰ੍ਹਾਂ ਹਾਈਡਰੋਸੀਲ ਹੋ ਗਿਆ, ਵੈਰੀਕੋਸੀਲ ਹੋ ਗਿਆ, ਇਸ ਤਰ੍ਹਾਂ ਦਾ। ਅਦਰਵਾਈਜ਼ ਦੇ ਆਰ ਮੋਸਟ ਪ੍ਰੋਬਬਲੀ ਚਿੰਤਾ ਦੇ ਕਾਰਨ ਹੁੰਦੇ ਯੰਗ ਏਜ ਵਿੱਚ। ਤੇ ਓਲਡ ਏਜ ਵਿੱਚ ਵੀ ਬਹੁਤ ਵਾਰੀ ਇਹੀ ਹੁੰਦਾ ਹੈ ਕਿ ਇਹ ਨਹੀਂ ਹੁੰਦਾ ਕਿ ਵੀ ਕੋਈ ਉਮਰ ਹੁੰਦੀ ਹੈ ਕਰਕੇ ਹੋ ਜਾਂਦੇ ਨੇ। ਇੱਕ ਹੋਰ ਬੜਾ ਕੰਮ ਹੁੰਦਾ ਕਿ ਜਿਹੜਾ ਪਰਿਆਵਰਣ ਹੈ ਨਾ, ਉਹ ਵੀ ਪਾਰਟ ਪਲੇ ਕਰਦਾ ਹੈ ਕੈਂਸਰ ਵਿੱਚ। ਜਿਸ ਤਰ੍ਹਾਂ ਸਾਡੀ ਏਅਰ ਕੁਆਲਿਟੀ ਖਰਾਬ ਹੁੰਦੀ ਹੈ, ਉਹਦੇ ਵਿੱਚ ਕਾਰਬਨ ਆਉਂਦਾ ਹੈ, ਉਹ ਵੀ ਗੜਬੜ ਕਰਦਾ ਹੈ। ਤੇ ਪਰਿਆਵਰਣ ਨੂੰ, ਜਿਸ ਤਰ੍ਹਾਂ ਅਸੀਂ ਕਹਿੰਦੇ ਧੁੰਮਰਪਾਨ ਜਿਹੜਾ ਕਰਦਾ ਹੈ, ਸਿਗਰਟ ਪੀਂਦਾ, ਬੀੜੀ ਪੀਂਦਾ, ਕੋਈ ਵੀ ਤੰਬਾਕੂ ਲੈਂਦਾ, ਘਰ ਵਿੱਚ ਪੀਂਦਾ, ਤਾਂ ਜਿਹੜਾ ਬੰਦਾ ਨਹੀਂ ਪੀਂਦਾ ਉਹਨੂੰ ਵੀ ਚਾਂਸਸ ਹੋ ਜਾਂਦੇ ਨੇ ਕੈਂਸਰ ਦੇ। ਇਹ ਧਿਆਨ ਰੱਖਣਾ ਹੁੰਦਾ ਕਿ ਉਹਨੂੰ ਅਕੇਲੇ ਨੂੰ ਨਹੀਂ ਹੁੰਦਾ ਕਿ ਵੀ ਕਿਸ ਤਰ੍ਹਾਂ ਹੋਏ। ਹੁਣ ਅਸੀਂ ਹੋਰ ਵੀ ਹੁੰਦੇ, ਕਈ ਪੁਰਾਣੀ ਬਿਮਾਰੀਆਂ ਹੁੰਦੀਆਂ, ਜਿਹੜੀ ਅਲਸਰੇਟਿਵ ਕੋਲਾਈਟਸ ਹੈ ਜਾਂ ਇਰੀਟੇਬਲ ਬਾਉਲ ਸਿੰਡਰੋਮ ਹੈ, ਉਹਨਾਂ ਨੂੰ ਪੇਟ ਦਾ ਕੈਂਸਰ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ। ਤੇ ਜਿਹੜੇ ਬੰਦੇ ਇਸ ਤਰ੍ਹਾਂ ਦੇ ਕੰਮ ਕਰਦੇ, ਜਿੱਥੇ ਨਿਊਕਲੀਅਰ ਐਕਸਪੋਜਰ ਹੋ ਜਾਏ ਜਾਂ ਕੈਮੀਕਲ ਐਕਸਪੋਜਰ ਹੋ ਜਾਏ, ਜਿਸ ਤਰ੍ਹਾਂ ਇਹ ਫਲੈਕਸ ਦੀ ਪੇਂਟਿੰਗ ਹੁੰਦੀ ਹੈ ਨਾ, ਜਿਹੜੀ ਉਹ ਬਣਾਉਂਦੇ ਨੇ ਬੋਰਡ ਬਾੜ, ਉਹਦੇ ਵਿੱਚ ਵੀ ਬੜਾ ਧਿਆਨ ਰੱਖਣਾ ਹੁੰਦਾ। ਠੀਕ। ਫਿਰ ਅਸੀਂ ਗੱਲ ਕਰ ਸਕਦੇ ਹਾਂ ਕਿ ਡਿਫਰੈਂਟ ਕੈਂਸਰ ਦੇ ਕੀ ਲੱਛਣ ਹੁੰਦੇ ਆ। ਹਾਂਜੀ ਦੱਸ। ਠੀਕ ਡਾਕਟਰ ਸਾਹਿਬ, ਪੁੱਛੋ ਕੀ ਪੁੱਛ ਰਹੇ ਸੀ ਤੁਸੀਂ। ਕਈ ਨਾ ਅਚਾਨਕ ਚੰਗਾ ਭਲਾ ਬੰਦਾ ਹੁੰਦਾ, ਪਤਾ ਨਹੀਂ ਲੱਗਦਾ, ਲੇਕਿਨ ਜਦੋਂ ਪਤਾ ਲੱਗਦਾ ਤੇ ਉਹ ਕਹਿੰਦੇ, ਡਾਕਟਰ ਕਹਿੰਦੇ ਜੀ ਇਹਦੇ ਕੈਂਸਰ ਹੋ ਗਿਆ, ਔਰ ਬੜੀ ਸੈਕਿੰਡ ਸਟੇਜ 'ਤੇ ਜਾਂ ਥਰਡ ਸਟੇਜ 'ਤੇ ਆ। ਇਹਦਾ ਕਾਰਨ ਕੀ ਹੈ, ਤੇ ਇਹਦੇ ਬਾਰੇ ਦੱਸੋ ਵੀ ਇਹ ਕਿਸ ਤਰ੍ਹਾਂ ਪਤਾ ਲੱਗ ਸਕਦਾ। ਜਦੋਂ ਤੁਸੀਂ ਦੱਸ ਰਹੇ ਜੇ ਵੈਸੇ ਤੇ, ਲੇਕਿਨ ਇਹ ਅਚਾਨਕ ਕਿੱਦਾਂ ਪਤਾ ਹੀ ਨਹੀਂ ਲੱਗਦਾ ਪਹਿਲਾਂ ਬੰਦੇ ਨੂੰ, ਤੇ ਅਚਾਨਕ ਹੀ ਇੰਨੀ ਸਟੇਜ, ਉੱਚੀ ਸਟੇਜ 'ਤੇ ਚਲਾ ਜਾਂਦਾ ਔਰ ਬੰਦਾ ਘਬਰਾ ਜਾਂਦਾ ਆ, ਔਰ ਉਦੋਂ ਕੀ ਕਰਨਾ ਚਾਹੀਦਾ, ਇਹ ਵੀ ਦੱਸੋ ਨਾਲ। ਮੈਂ ਸ਼ੁਰੂਆਤ ਵਿੱਚ ਹੀ ਦੱਸਿਆ ਨਾ, ਇਹਦੇ 4 ਕਾਰਨ ਹੁੰਦੇ ਜਿਸ ਨੂੰ ਅਗਰ ਅਸੀਂ ਨੋਟਿਸ ਨਾ ਲਈਏ, ਜਿਸ ਤਰ੍ਹਾਂ ਵਜਨ ਘਟਣਾ ਸ਼ੁਰੂ ਹੋ ਜਾਏ ਤੇ ਹੋਰ ਕੋਈ ਕਾਰਨ ਨਾ ਹੋਵੇ, ਵੀ ਅਸੀਂ ਕੋਈ ਵਰਤ ਵੀ ਨਹੀਂ ਰੱਖੇ, ਡਾਈਟਿੰਗ ਵੀ ਨਹੀਂ ਕੀਤੀ, ਫਿਰ ਵੀ ਵਜਨ ਹੋ ਗਿਆ, ਖਾਮ ਦੀ ਥਕਾਨ, ਬੰਦਾ ਚੰਗਾ ਫਿਰ ਉਹੀ ਕੰਮ ਕਰਦਾ ਹੈ, ਦਫ਼ਤਰ ਜਾਂਦਾ ਹੈ ਜਾਂ ਜੋ ਵੀ ਕੁਝ ਕਰਦਾ ਹੈ, ਤੇ ਥਕਾਨ ਸ਼ੁਰੂ ਹੋ ਜਾਂਦੀ ਹੈ, ਜਾਂ ਫਿਰ ਉਸ ਨੂੰ ਹਲਕੀ ਜਿਹੀ ਖਾਂਸੀ ਰਹਿਣੀ ਸ਼ੁਰੂ ਹੋ ਗਈ, ਜਾਂ ਕੋਈ ਹਲਕਾ ਜਿਹਾ ਬੁਖਾਰ ਹੋ ਗਿਆ ਤੇ ਡਾਕਟਰ ਕੋਲ ਗਿਆ, ਦਵਾਈ ਦੂਈ ਤੇ ਫਿਰ ਵੀ ਠੀਕ ਨਹੀਂ ਹੋਇਆ। ਇਸ ਕਰਕੇ ਨਾ ਉਹ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਵੀ ਕੋਈ ਇਹ ਤਕਲੀਫਾਂ, ਜਿਹੜੀ ਮੈਂ 4-5 ਚੀਜ਼ਾਂ ਦੱਸੀ ਨਾ, ਕਿ ਵਜਨ ਘਟਣਾ ਸ਼ੁਰੂ ਹੋ ਗਿਆ, 2 ਹਫ਼ਤੇ ਤੋਂ ਜ਼ਿਆਦਾ ਜੇਕਰ ਤੁਹਾਨੂੰ ਲੱਗਦਾ ਕਿ ਵਜਨ ਮੇਰੀ ਪੈਂਟ ਢਿੱਲੀ ਹੋ ਗਈ ਆ, ਔਰਤਾਂ 'ਚ ਹੁੰਦਾ ਕਿ ਬਰਾ ਢਿੱਲੀ ਹੋ ਜਾਂਦੀ। ਇਹ 2 ਚੀਜ਼ਾਂ ਨੇ। ਪੁਰਸ਼ਾਂ ਵਿੱਚ ਤਾਂ ਜਿਹੜੀ ਪੈਂਟ ਜਿਹੜੀ ਹੈ ਉਹ ਢਿੱਲੀ ਹੋਣੀ ਸ਼ੁਰੂ ਹੋ ਗਈ, ਤੇ ਚਿੰਤਾ ਦਾ ਵਿਸ਼ੇ ਹੈ। 15-20 ਦਿਨ, ਮਹੀਨਾ ਲੱਗ ਗਿਆ ਕਿ ਵੀ ਹੈ। ਔਰਤਾਂ ਵਿੱਚ ਬਰਾ ਦਾ ਨੰਬਰ ਘਟਣਾ ਸ਼ੁਰੂ ਹੋ ਜਾਏ ਅਚਾਨਕ, ਇਹ ਜਿਹੜੀ ਕਈ ਵਾਰੀ ਵਧਣਾ ਵੀ ਸ਼ੁਰੂ ਹੋ ਜਾਂਦਾ ਜਿਹੜਾ ਬ੍ਰੈਸਟ ਕੈਂਸਰ ਹੈ, ਪਰ ਪਹਿਲਾਂ ਘਟਣਾ ਸ਼ੁਰੂ ਹੁੰਦਾ ਹੈ। ਤੀਜਾ ਮੈਂ ਤੁਹਾਨੂੰ ਦੱਸਿਆ ਕਿ ਵੀ ਥਕਾਨ ਹੁੰਦੀ ਹੈ, ਬੇਚੈਨੀ ਹੁੰਦੀ ਹੈ, ਬੰਦੇ ਨੂੰ ਨਿੰਦਰ ਨਹੀਂ ਆਉਂਦੀ। ਇਸ ਤਰ੍ਹਾਂ ਦੀ ਚੀਜ਼ ਜਿਹੜਾ ਹੈ ਨਾ, ਉਹ
ਹੌਲੇ ਨਹੀਂ ਲੈਣੀ ਚਾਹੀਦੀ, ਹਲਕੇ ਨਹੀਂ ਲੈਣੀ ਚਾਹੀਦੀ। ਉਹ ਫਟਾਫਟ ਡਾਕਟਰ ਨੂੰ ਪਹੁੰਚ ਜਾਣਾ ਚਾਹੀਦਾ, ਉਹਨੂੰ ਕਹੋ ਜੀ ਇਹ ਮੈਨੂੰ ਹੋ ਕਿਉਂ ਰਿਹਾ ਹੈ ਦੱਸੋ। ਡਾਕਟਰ ਜੇਕਰ ਢਿੱਲਾ ਲੱਗਦਾ ਤਾਂ ਦੂਜਾ ਡਾਕਟਰ ਬਦਲ ਲਿਓ ਕਿ ਜੀ ਮੈਨੂੰ ਦੱਸੋ ਤਾਂ ਇਹ ਹੋ ਕਿਉਂ ਰਿਹਾ। ਇਹ ਚੀਜ਼ਾਂ ਬਹੁਤ ਜ਼ਰੂਰੀਆਂ ਨੇ। ਇਹ 3-4 ਜਿਹੜੇ ਮੈਂ ਦੱਸਿਆ ਨਾ, ਮਲ ਮੂਤਰ ਆਗੇ ਚ ਕੋਈ ਫਰਕ ਪੈਂਦਾ ਹੈ ਜਾਂ ਬਲੱਡ ਆਉਣਾ ਸ਼ੁਰੂ ਹੁੰਦਾ ਹੈ ਖਾਂਸੀ ਵਿੱਚ ਜਾਂ ਥੁੱਕ ਵਿੱਚ, ਇਹ ਸਾਰੀ ਆਵਾਜ਼ ਵਿੱਚ ਫਰਕ ਹੋ ਜਾਂਦਾ। ਇਹਨਾਂ ਨੂੰ ਇਹ ਨਾ ਲਿਓ ਕਿ ਵੀ ਮੇਰਾ ਗਲਾ ਖਰਾਬ ਹੋ ਗਿਆ ਇਸ ਕਰਕੇ ਮੇਰੀ ਆਵਾਜ਼। ਜੇਕਰ 15-20 ਯਾਨੀ ਕੋਈ ਵੀ ਲੱਖਣ 15 ਦਿਨ ਤੋਂ ਜ਼ਿਆਦਾ ਜੇਕਰ ਰਹਿ ਜਾਂਦਾ ਹੈ ਤੇ ਇਹ ਚਿੰਤਾ ਦਾ ਵਿਸ਼ਾ। ਇਹ ਮੇਰਾ ਕਹਿਣਾ ਹੈ। ਠੀਕ, ਮੈਂ ਹੁਣ ਤੁਹਾਨੂੰ ਦੱਸਣ ਲੱਗਿਆ ਕਿ ਵੀ ਅਲੱਗ-ਅਲੱਗ ਕੈਂਸਰਾਂ ਦੀ। ਹਾਂਜੀ ਬੋਲੀਏ। ਨਹੀਂ ਮੈਂ ਕਰੋ ਫਿਰ ਮੈਂ ਟੈਸਟਾਂ ਬਾਰੇ ਪੁੱਛਣਾ ਵੀ ਇਹਦੇ ਟੈਸਟ ਵੀ ਹੁੰਦੇ ਨੇ ਔਰ ਉਹਦੇ ਬਾਅਦ ਚ ਆਵਾਂਗੇ ਆਪਾਂ। ਪਹਿਲਾਂ ਦੱਸਣ ਲੱਗੇ ਸੀ ਉਹ ਪਹਿਲਾਂ ਕੰਟੀਨਿਊ ਕਰੋ ਤੁਸੀਂ। ਹਾਂ ਮੈਂ ਦੱਸ ਰਿਹਾ ਸੀ ਕਿ ਵੀ ਕੁਝ ਜਿਹੜੇ ਕੈਂਸਰ ਤੁਸੀਂ ਪੁੱਛਿਆ ਨਾ ਪਹਿਲਾ ਸਵਾਲ, ਉਹਦੇ ਵਿੱਚ ਹੀ ਹੈਗਾ ਕਿ ਵੀ ਕਿਸੇ ਬੰਦੇ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਤੇ ਪਤਾ ਲੱਗਣਾ ਚਾਹੀਦਾ ਹੈ। ਜਿਸ ਤਰ੍ਹਾਂ ਬ੍ਰੈਸਟ ਕੈਂਸਰ ਮੈਂ ਦੱਸਿਆ ਕਿ 15-20 ਦਿਨਾਂ ਵਿੱਚ ਜਿਹੜੀ ਸਾਡੀ ਭੈਣਾਂ ਨੇ ਮਾਤਾਵਾਂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਹੱਥ ਇਸ ਤਰ੍ਹਾਂ ਹਥੇਲੀ ਨਾਲ ਆਪਣੀ ਬ੍ਰੈਸਟ ਨੂੰ ਦੇਖਣ। ਕੋਈ ਗਾਂਠ ਗ੍ਰੰਥੀ ਲੱਗੇ ਤੇ ਡਾਕਟਰ ਕੋਲ ਜਾਈਏ, ਜਾਂ ਫਿਰ ਉਹਦੇ ਰੰਗ ਵਿੱਚ ਫਰਕ ਪੈ ਜਾਏ ਬ੍ਰੈਸਟ ਦੇ ਜਾਂ ਨਿੱਪਲ ਦੇ, ਜਾਂ ਨਿੱਪਲ ਚਲਾ ਜਾਏ, ਜਾਂ ਉੱਥੇ ਕੋਈ ਡਿਸਚਾਰਜ ਹੋਏ, ਜਾਂ ਜਿਹੜੀ ਕੱਖ ਹੈ ਜੋ ਸਾਡੀ ਐਗਜ਼ਿਲਾ ਇੱਥੇ ਕੋਈ ਗਾਂਠ ਹੋ ਜਾਏ ਤੇ ਇਹ ਚੀਜ਼। ਤੇ ਸਿਰ ਤੇ ਗਰਦਨ ਦੇ ਕੈਂਸਰ ਦੇ ਕੀ ਲੱਛਣ ਹੁੰਦੇ ਨੇ? ਤੇ ਨਾਨ ਹੀਲਿੰਗ ਅਲਸਰ ਹੋਏ ਮੂੰਹ ਵਿੱਚ, ਜਾਂ ਨਿਗਲਣ ਵਿੱਚ ਕਠਿਨਾਈ ਹੋ ਜਾਏ, ਜਾਂ ਆਵਾਜ਼ ਜਿਹੜੀ ਹੈ ਉਹਦੇ ਵਿੱਚ ਬਦਲਾਵ ਆ ਜਾਏ, ਜਾਂ ਲਗਾਤਾਰ ਖਾਂਸੀ ਰਹੇ, ਜਾਂ ਥੁੱਕ ਵਿੱਚ ਜਾਂ ਬਲਗਮ ਵਿੱਚ ਜਿਹੜਾ ਲਹੂ ਆਉਣਾ ਸ਼ੁਰੂ ਹੋ ਜਾਏ, ਜਾਂ ਗਰਦਨ ਵਿੱਚ ਕੋਈ ਗਾਂਠ ਹੋ ਜਾਏ, ਗਲੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਏ। ਇਹ ਗਲੇ ਤੇ ਸਿਰ ਦੇ ਲੱਛਣ ਹੈ। ਇਸੇ ਤਰ੍ਹਾਂ ਫੇਫੜੇ ਦੇ ਕੈਂਸਰ ਦੇ ਲੱਛਣ ਅਲੱਗ ਨੇ। ਤੇ ਸਾਹ ਫੁੱਲਣਾ ਸ਼ੁਰੂ ਹੋ ਜਾਏ, ਸਾਹ ਚੜ੍ਹਦਾ ਹੈ, ਦਰਦ ਹੋ ਜਾਏ ਸੀਨੇ 'ਚ, ਖਾਂਸੀ ਲਗਾਤਾਰ ਰਹੇ ਜਾਂ ਬਲਗਮ ਵਿੱਚ ਖੂਨ ਆਏ। ਇਸੇ ਤਰ੍ਹਾਂ ਬ੍ਰੇਨ ਟਿਊਮਰ ਦੇ ਲੱਛਣ ਹੈ ਕਿ ਸਿਰ ਦਰਦ ਰਹਿੰਦਾ, ਗੋਲੀ ਖਾਈ ਫਿਰ ਵੀ ਠੀਕ ਨਹੀਂ ਹੁੰਦਾ, ਵੱਧਦਾ ਜਾਂਦਾ। ਯਾਨੀ ਅੱਜ ਜਿੰਨਾ ਸਿਰ ਦਰਦ ਹੋਇਆ ਸੀ ਨੈਕਸਟ ਡੇ ਉਸ ਤੋਂ ਜ਼ਿਆਦਾ। ਸਰੀਰ ਦੇ ਕਿਸੇ ਅੰਗ ਕਮਜ਼ੋਰੀ ਆਣੀ ਸ਼ੁਰੂ ਹੋ ਜਾਏ, ਬੋਲਣ ਵਿੱਚ ਕੋਈ ਤੁਤਲਾਣਾ ਸ਼ੁਰੂ ਹੋ ਜਾਏ, ਹਕਲਾਣਾ ਸ਼ੁਰੂ ਹੋ ਜਾਏ, ਜਾਂ ਮਿਰਗੀ ਦੇ ਦੌਰੇ ਜਿਹੜੇ ਪਹਿਲਾਂ ਨਹੀਂ ਆਉਂਦੇ ਸੀ ਉਹ, ਨੀਂਦ ਬੇਹੋਸ਼ੀ, ਕਨਫਿਊਜ਼ਨ, ਇਹ ਸਾਰੇ ਦੇ ਸਾਰੇ ਲੈਸ ਆਫ ਕੰਸੈਂਟਰੇਸ਼ਨ, ਇਹ ਬ੍ਰੇਨ ਟਿਊਮਰ ਦੇ ਲੱਛਣ ਨੇ। ਇਸੇ ਤਰ੍ਹਾਂ ਪੇਟ ਦੇ ਆਉਣ ਤੇ ਮੈਂ ਦੱਸਿਆ ਕਿ ਉਲਟੀ ਆਣੀ ਸ਼ੁਰੂ ਹੋ ਜਾਏ, ਜਾਂ ਐਸਿਡਿਟੀ ਬਹੁਤ ਜ਼ਿਆਦਾ ਵੱਧਦੀ ਰਹੇ, ਕੋਈ ਗਾਂਠ ਜਿਹੜੀ ਪਤਾ ਲੱਗੇ ਕਿ ਪੇਟ 'ਚ ਹੈਗਾ, ਜਾਂ ਮਲ ਮੂਤਰ ਤਿਆਗ ਵਿੱਚ ਕੋਈ ਪਰੇਸ਼ਾਨੀ। ਇਹ ਸਾਰੇ ਲੱਛਣ ਪੇਟ ਦੇ ਤੇ ਕਿਡਨੀ ਦੇ ਦਰਦ ਦੇ। ਹੁਣ ਇਹਨਾਂ ਦੀ ਤੁਸੀਂ ਪੁੱਛਿਆ ਸੀ ਵੀ ਇਹਨੂੰ ਡਾਇਗਨੋਸ ਕਿਸ ਤਰ੍ਹਾਂ ਕਰੀਏ। ਡਾਇਗਨੋਸ ਦਾ ਪਹਿਲਾ ਤਾਂ ਹੈ ਸਰੀਰਕ ਜਾਂਚ, ਫਿਜ਼ੀਕਲ ਐਗਜ਼ਾਮੀਨੇਸ਼ਨ। ਡਾਕਟਰ ਸਾਰੇ ਸਰੀਰ ਨੂੰ ਛੂ ਕੇ ਵੇਖਦੇ ਨੇ ਕਿ ਵੀ ਕਿੱਥੇ ਗਾਂਠ ਤੇ ਨਹੀਂ ਹੈ। ਜਿਹੜੀ ਗਾਂਠ ਨੂੰ ਉਹ ਦੇਖਦੇ ਆ ਵੀ ਇਹ ਦਰਦ ਹੈ ਕਿ। ਪਹਿਲੀ ਚੀਜ਼ ਹੈ ਕਿ ਜਿਹੜੀ ਕੈਂਸਰ ਦੀ ਗਾਂਠ ਹੁੰਦੀ ਹੈ ਉਹਦੇ ਵਿੱਚ ਦਰਦ ਘੱਟ ਹੁੰਦਾ ਹੈ। ਇਨਫੈਕਸ਼ਨ ਵਾਲੀ ਗਾਂਠ ਵਿੱਚ ਦਰਦ ਹੁੰਦਾ ਹੈ, ਪਰ ਕੈਂਸਰ ਦੀ ਗਾਂਠ ਵਿੱਚ ਸ਼ੁਰੂਆਤ ਵਿੱਚ ਕੋਈ ਦਰਦ ਨਹੀਂ ਹੁੰਦਾ। ਉਹ ਇਹ ਦੇਖਦਾ। ਫਿਰ ਇੱਕ ਹੋਰ ਨੂੰ ਗੱਲ ਦੱਸਾਂ ਕਿ ਜਿਹੜੇ ਤਿਲ ਹੁੰਦੇ ਨੇ ਨਾ ਸਾਡੇ, ਇਹ ਤਿਲਾਂ ਦਾ ਜਾਂ ਤਾਂ ਅਚਾਨਕ ਵੱਢਣੇ ਸ਼ੁਰੂ ਹੋ ਜਾਣ, ਵਧੋਤਰੀ ਹੋ ਜਾਏ, ਜਾਂ ਉਹਨਾਂ ਦਾ ਰੰਗ ਬਦਲ ਜਾਏ, ਇਹ ਵੀ ਇੱਕ ਲੱਛਣ ਹੋ ਸਕਦਾ ਹੈ ਕੈਂਸਰ ਦਾ। ਇਹ ਵੀ ਧਿਆਨ ਰੱਖਣਾ ਹੁੰਦਾ ਹੈ। ਹੁਣ ਸਰੀਰਕ ਜਾਂਚ ਦੇ ਹਿਸਟਰੀ ਵੀ ਲੈਂਦੇ ਹਨ ਕਿ ਵੀ ਕੋਈ ਕੈਂਸਰ ਦੀ, ਜਿਸ ਤਰ੍ਹਾਂ ਬ੍ਰੈਸਟ ਕੈਂਸਰ ਦੀ ਜਾਂ ਓਵੇਰੀਅਨ ਕੈਂਸਰ ਦੀ ਹਿਸਟਰੀ ਫੈਮਿਲੀ ਵਿੱਚ ਵੀ ਹੈ ਤਾਂ ਵੀ ਜ਼ਿਆਦਾ। ਫਿਰ ਉਹ ਇਹ ਵੀ ਪੁੱਛ ਸਕਦੇ ਨੇ ਡਾਕਟਰ ਵੀ ਤੁਸੀਂ ਕੰਮ ਕੀ ਕਰਦੇ ਹੋ। ਜੇਕਰ ਉਹ ਕਿਸੇ ਕੈਮੀਕਲ ਫੈਕਟਰੀ 'ਚ ਕੰਮ ਕਰਦਾ ਹੈ ਜਾਂ ਜਿੱਥੇ ਐਕਸਰੇ ਇਮੇਜਿੰਗ ਹੁੰਦੀ ਹੈ, ਉਹਨਾਂ ਨੂੰ ਵੀ ਜ਼ਿਆਦਾ ਚਾਂਸਿਸ ਹੋ ਜਾਂਦੇ ਆ ਜਿਹੜੇ CT ਸਕੈਨ ਵਿੱਚ ਕੰਮ ਕਰਦੇ ਨੇ, ਜੇਕਰ ਉਹ ਇਹਤਿਆਤ ਨਾ ਵਰਤਣ ਤਾਂ। ਉਹਦੇ ਬਾਅਦ ਫਿਰ ਲੈਬ ਦੀ ਜਾਂਚ ਹੁੰਦੀ ਹੈ ਜਿਸ ਵਿੱਚ ਅਸੀਂ ਬਲੱਡ ਟੈਸਟ ਕਰਦੇ ਨੇ, ਯੂਰਿਨ ਟੈਸਟ ਕਰਦੇ ਨੇ। ਕਈ ਵਾਰੀ ਓਕਲਟ ਬਲੱਡ ਲਈ ਅਸੀਂ ਸਟੂਲ ਯਾਨੀ ਕਿ ਵਿਸਟਲ ਵੀ ਟੈਸਟ ਕਰਦੇ ਨੇ, ਜਿਹੜਾ ਪਤਾ ਨਹੀਂ ਲੱਗਦਾ। ਉਹ ਟੈਸਟ ਬੰਦੇ ਨੂੰ ਲੱਗਦਾ ਮੈਨੂੰ ਤਾਂ ਕੋਈ ਸਟੂਲ ਵਿੱਚ ਖੂਨ ਵਗੈਰਾ ਨਹੀਂ ਆ ਰਿਹਾ। ਫਿਰ 2-3 ਇਮੇਜਿੰਗ ਜਾਂਚ ਹੁੰਦੀ ਹੈ, ਅਲਟਰਾਸਾਊਂਡ,
CT ਸਕੈਨ ਤੇ ਉਹਦੇ ਬਾਅਦ ਜਿਹੜੀ ਹੈ MRI ਸਕੈਨ ਤੇ CT ਸਕੈਨ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ, ਜਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਕਰਦੇ, ਫਿਰ ਕਰਦੇ ਬਾਇਓਪਸੀ। ਜਿਸ ਸਾਨੂੰ ਇਹ ਗਾਂਠ ਸੂਝ ਗਈ ਹੈ ਜਾਂ ਗਲੇ 'ਚ ਕੋਈ ਹੈ ਗਾਂਠ, ਉਹਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਅਸੀਂ ਲੈਬ ਵਿੱਚ ਟੈਸਟ ਕਰਦੇ ਹਾਂ ਵੀ ਇਹ ਕੈਂਸਰ ਤਾਂ ਨਹੀਂ ਹੈਗਾ। ਤੇ ਇਹ ਇਸ ਕਰਕੇ ਇਹ ਸਾਰੀ ਜਾਂਚ ਡਾਕਟਰ ਕਰਦੇ ਨੇ। ਤੇ ਮੈਂ ਤੁਹਾਨੂੰ ਦੱਸਿਆ ਕਿ ਬੰਦਾ ਆਪਣਾ ਵਜਨ ਵੀ ਜਿਹੜਾ ਹੈ, ਸਪੈਸ਼ਲੀ ਜਿਹੜੇ old people ਨੇ, they should keep a weighing machine with them and they should record their weight at least every month. That can tell them. Then we come to the different types of treatments. ਟ੍ਰੀਟਮੈਂਟ ਜਿਹੜਾ ਹੈ ਸਭ ਤੋਂ ਹਾਂਜੀ ਟ੍ਰੀਟਮੈਂਟ ਪਹਿਲਾ ਟ੍ਰੀਟਮੈਂਟ ਸਰਜਰੀ ਹੈਗੀ ਕਿ ਬਈ ਜਿੱਥੇ ਕੈਂਸਰ ਹੈ ਉਹਨੂੰ ਕੱਢ ਦਿਓ। ਪਰ ਜੇਕਰ ਉਹ ਫੈਲਿਆ ਨਹੀਂ ਹੈ ਨਾ, ਮੈਟਾਸਟੇਸਿਸ ਦੂਜੇ ਅੰਗਾਂ 'ਚ ਨਹੀਂ ਗਿਆ ਤੇ ਬਹੁਤ ਵੱਡਾ ਨਹੀਂ ਹੈਗਾ, ਤਾਂ ਸਰਜਰੀ ਪਹਿਲਾ ਉਹ ਹੈ ਕਿ ਵੀ ਸਰਜਰੀ ਕਰਕੇ ਕੱਢ ਦਿਓ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਸਰਜਰੀ ਪੋਸੀਬਲ ਨਹੀਂ ਹੁੰਦੀ, ਤਾਂ ਵੀ ਅਸੀਂ ਉਸ ਨੂੰ ਕੀਮੋਥੈਰੇਪੀ ਦੇ ਕੇ ਪਹਿਲਾਂ ਉਸ ਨੂੰ ਛੋਟਾ ਕਰਦੇ ਨੇ, ਉਹਦੇ ਬਾਅਦ ਸਰਜਰੀ ਕਰਦੇ ਨੇ। ਕਈ ਵਾਰੀ ਸਾਨੂੰ ਸਰਜਰੀ ਦੇ ਇਲਾਵਾ ਜਿਹੜੇ ਵਿਕਲਪ ਨੇ ਕੀਮੋਥੈਰੇਪੀ, ਉਹ ਤਾਂ ਵੀ ਕਰਨੀ ਪੈ ਜਾਂਦੀ ਹੈ ਕਿ ਵੀ ਅਸੀਂ ਸਰਜਰੀ ਕਰਤੀ ਪਰ ਸਾਨੂੰ ਸ਼ੱਕ ਹੈ ਕਿ ਵੀ ਇਸ ਹੋਰ ਅੰਗਾਂ ਵਿੱਚ ਨਾ ਫੈਲ ਗਿਆ ਹੋਵੇ, ਹਾਲਾਂਕਿ ਸਾਨੂੰ ਪਤਾ ਨਹੀਂ ਲੱਗਿਆ, ਪਰ ਇਹ ਲੱਗਦਾ ਹੈ ਕਿ ਵੀ ਫੈਲ ਨਾ ਗਿਆ ਹੋਏ, ਤਾਂ ਉਸ ਨੂੰ ਕਰਦੇ ਹਾਂ ਅਸੀਂ ਐਡਜੂਐਂਟ ਕੀਮੋਥੈਰੇਪੀ ਕਹਿੰਦੇ ਨੇ। ਬਈ ਜਿਹੜੀ ਇਹ ਕੀਮੋਥੈਰੇਪੀ ਹੈ ਬਾਅਦ ਵਿੱਚ ਇਸ ਤਰ੍ਹਾਂ ਕੀ ਜਾਂਦੀ ਕਿ ਵੀ ਜੋ ਸਾਨੂੰ CT ਸਕੈਨ ਵਗੈਰਾ 'ਚ ਪਤਾ ਨਹੀਂ ਲੱਗਿਆ ਕਿ ਵੀ ਕਿੱਥੇ ਹੈ, ਤੇ ਇਹ ਛੁਪੀ ਹੋਈ ਜਿਹੜੀ ਕੈਂਸਰ ਦੀ ਕੋਸ਼ਿਕਾਵਾਂ ਨੇ, ਇਹਨਾਂ ਨੂੰ ਅਸੀਂ ਮਾਰਨ ਲਈ ਕੀਮੋਥੈਰੇਪੀ ਕਰਦੇ ਨੇ। ਤੇ ਕੀਮੋਥੈਰੇਪੀ ਜ਼ਿਆਦਾਤਰ ਤਾਂ ਹੁੰਦੀ ਹੈ ਇੰਜੈਕਸ਼ਨ ਨਾਲ, ਪਰ ਅੱਜ ਕੱਲ੍ਹ ਕੁਛ ਔਰਲੀ ਵੀ ਦੀ ਜਾਂਦੀ ਨੇ। ਇਸ ਕਰਕੇ ਨਾ ਇਹਨਾਂ ਦੇ ਫਿਰ ਕੀ ਹੁੰਦਾ ਹੈ ਕਿ ਵੀ ਸਾਈਡ ਇਫੈਕਟ ਵੀ ਹੁੰਦੇ ਕੀਮੋਥੈਰੇਪੀ ਦੇ, ਉਹ ਵੀ ਅਸੀਂ ਦੱਸਦੇ ਚੱਲੀਏ ਜਿਸ ਤੋਂ ਬੰਦੇ ਨੂੰ ਧਿਆਨ ਰਹੇ ਕਿ ਵੀ ਇਹ ਨਾਰਮਲ ਚੀਜ਼ਾਂ ਨੇ, ਇਹ ਹੁੰਦੇ ਹੀ ਨੇ, ਆਣ ਨਾ। ਕਿਉਂਕਿ ਇੱਕ ਤਾਂ ਬਾਲ ਝੜਨੇ ਸ਼ੁਰੂ ਹੁੰਦੇ ਸਭ ਤੋਂ ਪਹਿਲਾਂ ਕੀਮੋਥੈਰੇਪੀ ਦਾ ਜਿਹੜਾ ਦੁਸ਼ਪ੍ਰਭਾਵ ਹੈ, ਸਾਈਡ ਇਫੈਕਟ ਹੈ। ਤੇ ਸ਼ੁਰੂਆਤ ਵਿੱਚ ਉਲਟੀ ਆਉਂਦੀ ਹੈ, ਮਤਲੀ ਹੋ ਸਕਦੀ ਹੈ, ਅਨੀਮੀਆ ਹੋ ਸਕਦਾ ਹੈ, ਥਕਾਨ ਵੀ ਹੋ ਸਕਦੀ ਹੈ ਤੇ ਡਾਇਰੀਆ ਵੀ ਹੋ ਸਕਦਾ ਹੈ, ਮੂੰਹ ਵਿੱਚ ਛਾਲੇ ਵੀ ਹੋ ਜਾਂਦੇ। ਇਹ ਕੀਮੋਥੈਰੇਪੀ ਦੇ ਦੁਸ਼ਪ੍ਰਭਾਵ ਨੇ। ਉਹਦੇ ਬਾਅਦ ਇੱਕ ਨਵਾਂ ਇਲਾਜ ਆਇਆ, ਟਾਰਗੇਟਿਡ ਥੈਰੇਪੀ। ਉਹ ਕੈਂਸਰ ਦਾ ਨਵਾਂ ਇਲਾਜ ਹੈ ਜਿਸ ਵਿੱਚ ਕੈਂਸਰ ਦੀ ਜਿਹੜੀ ਸੈਲਜ਼ ਨੇ ਨਾ, ਉਹਨਾਂ ਨੂੰ ਵਿਸ਼ੇਸ਼ ਪ੍ਰੋਟੀਨ ਯੁਕਤ ਦਵਾ ਨਾਲ ਉੱਥੇ ਹੀ ਪਹੁੰਚਾਇਆ ਜਾਂਦਾ ਜਿੱਥੇ ਕੈਂਸਰ ਹੈ, ਤੇ ਉਹ ਕੈਂਸਰ ਨੂੰ ਫੈਲਣ ਤੋਂ ਵੀ ਰੋਕਦੀ ਨੇ ਤੇ ਉਹਨਾਂ ਨੂੰ ਮਾਰਦੀ ਨੇ। ਟਾਰਗੇਟਿਡ ਥੈਰੇਪੀ ਦੋ ਤਰੀਕਾਂ ਦੀ ਹੁੰਦੀ ਹੈ। ਇੱਕ ਤਾਂ ਸਿੱਧੀ ਜਿਹੜੀ ਉਹਨਾਂ ਸੈੱਲਾਂ ਵਿੱਚ ਪਹੁੰਚਦੀ ਹੈ ਤੇ ਉਹਨਾਂ ਦਾ ਵਿਕਾਸ ਰੋਕ ਦਿੰਦੀ ਹੈ। ਮੈਂ ਤੁਹਾਨੂੰ ਦੱਸਿਆ ਸੀ ਨਾ, ਕੈਂਸਰ ਹੁੰਦਾ ਵਿਕਾਸ ਨਾਲ, ਉਹ ਮਲਟੀਪਲਾਈ ਜਿਹੜੇ ਕਰਦੇ ਨੇ, ਇਹ ਉਸ ਪ੍ਰੋਸੈਸ ਨੂੰ ਹਾਲਟ ਕਰ ਦਿੰਦੀ ਹੈ। ਦੂਜੀ ਹੁੰਦੀ ਹੈ ਮੋਨੋਕਲੋਨਲ ਐਂਟੀਬਾਡੀ। ਇਹ ਐਂਟੀਬਾਡੀ ਜਿਸ ਤਰ੍ਹਾਂ ਅਸੀਂ ਵੈਕਸੀਨ ਜਿਹੜੀ ਕਰਾਉਂਦੇ ਹਾਂ ਉਹ ਕਰਦੇ ਹਾਂ, ਉਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ। ਜੇ ਕੈਂਸਰ ਸੈੱਲ ਵਿੱਚ ਜਿਹੜੀ ਪ੍ਰੋਟੀਨ ਹੁੰਦੀ ਹੈ ਉਹਨਾਂ ਨੂੰ ਨਸ਼ਟ ਕਰਦੀ ਹੈ। ਇਹਨਾਂ ਦੇ ਵੀ ਦੁਸ਼ਪ੍ਰਭਾਵ ਹੁੰਦੇ, ਤੇ ਪਰ ਸਾਨੂੰ ਇਹਨੂੰ ਬਚਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਵਸਥ ਜੀਵਨ ਸ਼ੈਲੀ, ਯਾਨੀ ਬਚਾਓ ਦੇ ਲੱਛਣ ਵੀ ਮੈਂ ਚਲਦੇ ਚਲਦੇ ਦੱਸਦੇ ਹਾਂ ਕਿ ਜਿਹੜਾ ਅਸੀਂ ਸਮੋਕਿੰਗ ਤੇ ਟੋਟਲੀ ਬੰਦ ਕਰਨੀ, ਯਾਨੀ ਤੰਬਾਕੂ ਦਾ ਇਸਤੇਮਾਲ ਕਿਸੇ ਤਰ੍ਹਾਂ ਦਾ ਨਾ ਪਾਣੀ 'ਚ ਨਾ ਉਹ ਤਾਂ ਕਰਨੀ ਨਹੀਂ ਚਾਹੀਦੀ। ਸਭ ਤੋਂ ਖਤਰਨਾਕ ਡਾਕਟਰ ਸਾਹਿਬ ਦੱਸਿਆ। ਹਾਂਜੀ ਡਾਕਟਰ ਸਾਹਿਬ, ਇਸ ਤਰ੍ਹਾਂ ਵੀ ਇਹਦੇ ਵਿੱਚ ਇੱਕ ਚੀਜ਼ ਦੱਸੋ ਵੀ ਇਸ ਤਰ੍ਹਾਂ ਨੂੰ ਡਰ ਪੈਦਾ ਹੋ ਜਾਂਦਾ ਵੀ ਜਿਹਨੂੰ ਕੈਂਸਰ ਹੋ ਗਿਆ ਉਹਦੀ ਸਰਵਾਈਵਲ ਬੜੀ ਮੁਸ਼ਕਿਲ ਆ, ਤੇ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਕੈਂਸਰ ਦੇ ਉੱਤੇ ਰਿਸਰਚ ਹੋ ਰਹੀ ਹੈ ਬੜੇ ਵਰਲਡ ਲੈਵਲ ਤੇ ਵੀ ਹੋ ਰਹੀ ਹੈ, ਔਰ ਟ੍ਰੀਟਮੈਂਟਸ ਹੁੰਦੀਆਂ ਨੇ, ਔਰ ਬੜਾ ਮਹਿੰਗਾ ਇਲਾਜ ਵੀ ਆ, ਔਰ ਕੀ ਮਤਲਬ ਆਮ ਆਦਮੀ ਜਿਹੜਾ ਆ ਉਹਦੇ ਵਾਸਤੇ ਕੋਈ ਸਰਕਾਰ ਨੇ ਕੋਈ ਐਸਾ ਸਿਸਟਮ ਬਣਾਇਆ ਵੀ ਜਿਹੜੇ ਆਮ ਆਦਮੀ ਨੂੰ ਵਿਚਾਰੇ ਨੂੰ ਕਿਸੇ ਨੂੰ ਹੋ ਜਾਵੇ
ਤੇ ਉਹਦਾ ਕੀ ਪੋਜੀਸ਼ਨ ਆ ਤੇ ਕੀ ਇਹਦੀ ਸਰਵਾਈਵਲ ਜਿਹੜੀ ਆ ਇਹ ਕਿੰਨੇ % ਆ, ਇਹਦੇ ਥੋੜਾ ਜਾਂਦੇ ਜਾਂਦੇ ਦੱਸੋ ਤੇ ਫਿਰ ਆਪਾਂ ਥੋੜਾ ਕੋਈ ਟਾਈਮ ਰਹਿ ਗਿਆ 5 ਮਿੰਟ ਦਾ ਇਹਦੇ ਵਿੱਚ ਕੈਂਸਰ। ਹਾਂਜੀ, ਕੈਂਸਰ ਦਾ ਸਭ ਤੋਂ ਪਹਿਲਾ ਚੀਜ਼ ਹੁੰਦੀ ਹੈ ਕਿ ਵੀ ਜਲਦੀ ਪਤਾ ਲੱਗ ਜਾਏ। ਕੈਂਸਰ ਦੀ 4 ਸਟੇਜਾਂ ਹਾਂਜੀ, ਫਸਟ, ਸੈਕੰਡ, ਥਰਡ ਤੇ ਫੋਰਥ। ਜਿਹੜਾ ਫਸਟ ਸਟੇਜ ਵਿੱਚ ਪਤਾ ਲੱਗ ਜਾਏ, ਉਹ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਕਿ ਉਹ ਲੱਖਣ ਹੁੰਦੇ, ਉਸ ਕਰਕੇ ਪਹੁੰਚ ਜਾਏ ਨਾ, ਤੇ ਫਸਟ ਸਟੇਜ ਵਿੱਚ ਹੋ ਜਾਏ ਤਾਂ ਸਰਵਾਈਵਲ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ। ਤੇ ਸੈਕੰਡ ਵਿੱਚ ਵੀ ਕਾਫੀ ਚਾਂਸਸ, ਇੱਕ ਆਧ ਕੈਂਸਰ ਨੂੰ ਛੱਡ ਕੇ ਕਾਫੀ ਹੁੰਦੇ, ਲੇਕਿਨ ਥਰਡ ਤੇ ਫੋਰਥ ਕੈਂਸਰ ਵਿੱਚ ਘਟਦੇ ਜਾਂਦੇ ਨੇ। ਫੋਰਥ ਸਟੇਜ ਵਿੱਚ ਕਾਫੀ ਘੱਟ, ਕਿਉਂਕਿ ਫੋਰਥ ਸਟੇਜ ਦਾ ਮਤਲਬ ਹੈ ਸਰੀਰ ਦੇ ਬਹੁਤ ਸਾਰੇ ਅੰਗ ਫੈਲ। ਤੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਅਸੀਂ ਕੈਂਸਰ ਨੂੰ ਸ਼ੁਰੂਆਤ ਵਿੱਚ ਪਛਾਣੀਏ, ਜਿਹੜੀ ਅਸੀਂ ਸ਼ੁਰੂਆਤ ਕੀਤੀ। ਤੇ ਦੂਜਾ ਹੈ ਕਿ ਅਸੀਂ ਕੈਂਸਰ ਨੂੰ ਹੋਣ ਨਾ ਦੇ, ਨਾ ਹੋਣ ਦੇਣ ਦਾ ਮੈਂ ਤੁਹਾਨੂੰ ਦੱਸਿਆ ਕਿ ਬਈ ਜਿਹੜੀ ਜੀਵਨ ਸ਼ੈਲੀ ਹੈ ਸਾਡੀ, ਲਾਈਫ ਸਟਾਈਲ, ਉਹਦੀ ਹੈਬਿਟਸ ਨੂੰ ਕੰਟਰੋਲ ਕਰਨਾ। ਕਿ ਵੀ ਮੈਂ ਪਹਿਲਾਂ ਦੱਸਿਆ ਸਮੋਕਿੰਗ ਨਹੀਂ, ਪਹਿਲੀ ਚੀਜ਼ 100% ਬੰਦ ਹੈ, ਉਹ ਕਿਸੇ ਹਾਲ। ਫਿਰ ਦੂਜਾ ਹੈ ਅਲਕੋਹਲ। ਅਲਕੋਹਲ ਜਿਹੜਾ ਹੈ 60 ਸਾਲ ਤੋਂ ਘੱਟ ਪੁਰਸ਼ਾਂ ਨੂੰ ਤੇ ਹਰ ਏਜ ਦੀ ਮਹਿਲਾਵਾਂ ਨੂੰ ਸਾਰੇ ਦਿਨ ਵਿੱਚ 1 ਡਰਿੰਕ ਤੋਂ ਜ਼ਿਆਦਾ ਜੇਕਰ ਲੈਣਾ ਹੀ ਹੈ ਨਹੀਂ ਲੈਣਾ ਚਾਹੀਦਾ। ਜਿਹੜਾ ਪੁਰਸ਼ ਹੈ ਉਹ 60 ਸਾਲ ਤੋਂ ਪਹਿਲਾਂ 2 ਤੱਕ ਲੈ ਸਕਦਾ ਹੈ। ਇਹ ਡਾਕਟਰੀ ਨਿਦਾਨਾਂ ਵਿੱਚ, ਸੋਧਾਂ ਵਿੱਚ। ਦੂਜਾ ਜਿਹੜਾ ਹੈ ਉਹ ਫਾਈਬਰ ਦਾ ਇਸਤੇਮਾਲ, ਯਾਨੀ ਕਿ ਜੰਕ ਫੂਡ ਨਹੀਂ ਖਾਣਾ। ਜਿਹੜਾ ਜੰਕ ਉਹ ਬੋਡੀ ਵਿੱਚ ਬਹੁਤ ਦੇਰ ਰਹਿੰਦਾ ਹੈ ਤੇ ਉਹਦੇ ਪ੍ਰੀਜ਼ਰਵੇਟਿਵ ਹੁੰਦੇ ਨੇ। ਅਸੀਂ ਪਿਛਲੀ ਵਾਰ ਵੀ ਕਿਹਾ ਸੀ ਕਿ ਉਹ ਬਹੁਤ ਦੇਰ ਰਹਿੰਦੇ ਨੇ ਤੇ ਉਹ ਕਾਰਸੀਨੋਜੈਨਿਕ, ਯਾਨੀ ਉਹਨਾਂ ਵਿੱਚ ਇਸ ਤਰ੍ਹਾਂ ਦੇ ਮਾਰਕਰ ਹੁੰਦੇ, ਟ੍ਰਿਗਰ ਹੁੰਦੇ ਆ ਜੋ ਕੈਂਸਰ ਪ੍ਰੋਡਿਊਸ ਕਰਦੇ। ਤੀਜਾ ਜਿਹੜਾ ਹੈ ਮੋਟਾਪਾ, ਬਹੁਤ ਵੱਡਾ ਕਾਰਨ ਹੈ ਬਹੁਤ ਸਾਰੀ ਬਿਮਾਰੀਆਂ ਦਾ, ਬਲੱਡ ਪ੍ਰੈਸ਼ਰ, ਡਾਇਬਟੀਜ਼, ਕੈਂਸਰ ਦਾ ਵੀ ਕਾਰਨ ਹੈ ਮੋਟਾਪਾ। ਵਜਨ ਜਿਹੜਾ ਹੈ ਉਹਨੂੰ ਕੰਟਰੋਲ ਕਰਕੇ ਰੱਖੋ, ਇਹ ਬਹੁਤ। ਤੇ ਪਾਣੀ ਪੀਣਾ ਤੇ ਫਰੂਟ ਤੇ ਸੈਲਡ ਖਾਣਾ, ਇਹ ਸਰੀਰ ਲਈ ਬਹੁਤ, ਕਿਉਂਕਿ ਫਰੂਟ ਤੇ ਸੈਲਡ ਵਿੱਚ ਬਹੁਤ ਸਾਰੇ ਵਿਟਾਮਿਨ ਤੇ ਐਂਟੀਆਕਸੀਡੈਂਟ ਹੁੰਦੇ ਨੇ ਜਿਹੜੇ ਸਾਡੀ ਬਾਡੀ ਨੂੰ ਸਵਸਥ ਰੱਖਦੇ ਨੇ। ਉਹ ਬਹੁਤ ਜ਼ਰੂਰੀ ਹੈ। ਅਸੀਂ ਭਾਗ ਦੌੜ ਵਿੱਚ ਭੁੱਲ ਜਾਂਦੇ ਨੇ ਕਿ ਵੀ ਕੀ ਹੋਇਆ। ਤੇ ਡਾਕਟਰ ਸਾਹਿਬ ਮੈਂ ਸਵਾਲ ਕੀਤਾ ਸੀ, ਹਾਂਜੀ ਡਾਕਟਰ ਸਾਹਿਬ ਮੈਂ ਸਵਾਲ ਕੀਤਾ ਸੀ ਵੀ ਇਹ ਜਿਹੜਾ ਬਿਮਾਰੀ ਜੇਕਰ ਹੋ ਜਾਂਦੀ ਆ ਤੇ ਆਮ ਆਦਮੀ ਦੀ ਪਹੁੰਚ ਦੇ ਵਿੱਚ ਇਹ ਹੈਗੀ ਆ, ਇਹਨੂੰ ਇਲਾਜ ਇਹਦਾ ਹੈਗਾ ਕਿ ਨਹੀਂ, ਜਾਂ ਜੇ ਨਹੀਂ ਹੈਗਾ ਤੇ ਸਰਕਾਰ ਨੇ ਜਾਂ NGOs ਨੇ ਬਣੀਆਂ ਨੇ ਬੜੀਆਂ ਨੇ, ਉਹਨਾਂ ਦਾ ਕੋਈ ਕੀ ਪੋਜੀਸ਼ਨ ਹੈ ਇਸ ਵੇਲੇ ਸਾਡੇ ਸਿਸਟਮ ਦੇ ਵਿੱਚ? ਇਹਦੇ ਬਾਅਦ 2 ਕਿਉਂਕਿ 3 ਮਿੰਟ ਰਹਿ ਗਏ ਨੇ, ਇਹਦੇ ਬਾਅਦ ਦੱਸੋ ਕੀ ਕਰਨਾ ਚਾਹੀਦਾ ਆਮ ਆਦਮੀ? ਕਿਉਂਕਿ ਇਹ ਮੈਂ ਤਾਂ ਤੁਹਾਨੂੰ ਦੱਸਦਾ ਕਿ ਵੀ ਇਹ ਜਿਹੜਾ ਸਿਸਟਮ ਹੈ ਉਹ ਇੰਨਾ ਜ਼ਿਆਦਾ ਕਾਰਗਰ ਨਹੀਂ ਹੈਗੇ ਸਾਰੇ ਵਰਲਡ ਵਿੱਚ ਕਿ ਜੋ ਹਰ ਇੱਕ ਬੰਦੇ ਦਾ ਟ੍ਰੀਟਮੈਂਟ ਕਰਾ ਸਕੇ। ਕੁਝ ਚੀਜ਼ਾਂ, ਪਹਿਲੀ ਚੀਜ਼ ਤਾਂ ਇੰਸ਼ੋਰੈਂਸ ਹੈ, ਜਿਹੜਾ ਅਫੋਰਡ ਕਰ ਸਕਦਾ ਇੰਸ਼ੋਰੈਂਸ ਕਰੇ। ਕੁਝ ਕੈਂਸਰਾਂ ਦੀ ਵੈਕਸੀਨ ਵੀ ਹੈ, ਜਿਸ ਤਰ੍ਹਾਂ ਸਰਵਾਈਕਲ ਕੈਂਸਰ ਹੁੰਦਾ ਹੈ, ਜਿਹੜਾ ਯੋਨੀ ਦੇ ਮੁੱਖ ਦਾ ਕੈਂਸਰ ਹੁੰਦਾ ਹੈ, ਉਹ ਕੁੜੀਆਂ ਨੂੰ 11 ਸਾਲ 12 ਸਾਲ ਦੀ ਉਮਰ ਵਿੱਚ ਇੱਕ ਟੀਕਾ ਲੱਗਦਾ ਹੈ ਪੈਪਿਲੋਮਾ ਦਾ, ਉਹ ਲਗਵਾਉਣ। ਇਸੇ ਤਰ੍ਹਾਂ ਹੈਪੇਟਾਈਟਸ ਦੇ ਟੀਕੇ ਲਗਵਾਉਣ, ਉਹ ਬਚਾਅ ਦਾ ਕਾਰਨ ਬਣਦੇ ਨੇ। ਜਦ ਤੱਕ ਇਲਾਜ ਦਾ ਹੈ ਇਹ ਤਾਂ ਸਿਰਫ ਇੰਸ਼ੋਰੈਂਸ ਜਿਹੜਾ ਹੈ ਉਹ ਥੋੜਾ ਕਰ ਸਕਦਾ ਹੈ, ਪਰ ਅਸਲੀ ਚੀਜ਼ ਹੈ ਕਿ ਇਹਨੂੰ ਹੋਣ ਨਾ ਦਿਓ, ਤੇ ਹੋ ਜਾਏ ਤਾਂ ਸ਼ੁਰੂਆਤ ਵਿੱਚ ਇਹਦੀ ਡਾਇਗਨੋਸਿਸ ਹੋਏ ਤਾਂ ਟ੍ਰੀਟਮੈਂਟ ਹੈ। ਪਰ 2 ਕੰਟਰੀ ਵਿੱਚ ਜਿਸ ਤਰ੍ਹਾਂ ਜਿਹੜਾ ਇੰਗਲੈਂਡ ਹੈ ਇਹਨਾਂ ਦੇ ਵਿੱਚ ਤੇ ਹੈ ਕਿ ਵੀ ਸਰਕਾਰ ਸਾਰੇ ਪੈਸੇ ਦਿੰਦੀ ਹੈ, ਬਾਕੀ ਥਾਂ ਤੇ ਇੰਨਾ ਜ਼ਿਆਦਾ ਨਹੀਂ ਹੈ। ਡਾਕਟਰ ਸਾਹਿਬ ਸਮਾਂ ਹੁੰਦਾ ਜਾ ਰਿਹਾ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਔਰ ਮੈਂ ਆਖਰ ਤੇ ਇਹੀ ਕਹਾਂਗਾ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਕਿ ਸਭ ਤੋਂ ਜ਼ਰੂਰੀ ਆ ਕਿ ਆਪਣੀ ਸਿਹਤ ਨੂੰ ਸੰਭਾਲਣ ਵਾਸਤੇ ਚੰਗੀ ਖੁਰਾਕ ਉਹ ਖਾਣੀ ਚਾਹੀਦੀ ਆ, ਔਰ ਆਪਣੇ ਆਪ ਜਿਹੜਾ ਜੀਵਨ ਜਿਹੜਾ ਆ ਉਹ ਬੜਾ ਸਿੰਪਲ ਤੇ ਸਾਦਾ ਰੱਖਣਾ ਚਾਹੀਦਾ ਆ, ਕਿਉਂਕਿ ਇਹਦੇ ਵਿੱਚ ਜ਼ਰੂਰੀ ਆ ਕਿ ਅੱਜ ਮਿਹਨਤੀ ਯੁੱਗ ਆ, ਮਿਹਨਤ ਕਰਨੀ ਪੈਂਦੀ, ਟੈਨਸ਼ਨ ਭਰਿਆ ਸਮਾਜ ਆ, ਲੇਕਿਨ ਫਿਰ ਵੀ ਸਿਹਤ ਹੈ ਤੇ ਸਭ ਸੰਭਾਲ, ਸਿਹਤ ਸੰਭਾਲ ਹੈ ਤਾਂ ਸਭ ਜਾਨ ਵੀ ਹੈ, ਸੰਸਾਰ ਵੀ ਹੈ। ਇਸ ਕਰਕੇ ਡਾਕਟਰ ਤੇ ਦੇ ਕਰ ਸਕਦੇ, ਰਿਸਰਚ ਵੀ ਹੋ ਰਹੀ ਆ, ਲੇਕਿਨ ਸਾਨੂੰ ਪਹਿਲਾਂ ਆਪਣੀ ਸਿਹਤ ਨੂੰ ਸੰਭਾਲਣਾ ਚਾਹੀਦਾ, ਐਕਸਰਸਾਈਜ਼ ਕਰਨੀ ਚਾਹੀਦੀ ਆ, ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ
ਉਹੋ ਜਿਹੀ ਖੁਰਾਕ ਖਾਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਜਿਹੜਾ ਆ ਤੰਦਰੁਸਤ ਰੱਖ ਸਕੀਏ, ਕਿਉਂਕਿ ਇਹ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਸਾਰੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੰਦੀਆਂ। ਬੰਦਾ ਤਾਂ ਚਲੇ ਹੀ ਜਾਂਦਾ ਹੈ, ਲੇਕਿਨ ਉਹਦੇ ਨਾਲ ਉਹਦੀ ਆਰਥਿਕਤਾ ਵੀ ਔਰ ਪਰਿਵਾਰ 'ਤੇ ਵੀ ਬੜਾ ਵੱਡਾ ਦੁਸ਼ਟ ਪ੍ਰਭਾਵ ਪੈਂਦਾ ਹੈ। ਇਸ ਕਰਕੇ ਉਮੀਦ ਕਰਦੇ ਹਾਂ ਕਿ ਸਾਰੇ ਲੋਕ ਇਸ ਚੀਜ਼ ਨੂੰ ਧਿਆਨ ਰੱਖਣਗੇ, ਔਰ ਇਹ ਵੀ ਉਮੀਦ ਕਰਦੇ ਹਾਂ ਕਿ ਇਹ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਸਾਡਾ ਡਾਕਟਰ ਸਾਹਿਬ ਨੇ ਦਿੱਤਾ, ਇਹ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਸੰਦ ਆਇਆ ਹੋਏਗਾ। ਅਸੀਂ ਤੁਹਾਡੀਆਂ ਨੇਕ ਸਲਾਹਾਂ ਅਤੇ ਤੁਹਾਡੀਆਂ ਐਡਵਾਈਸ ਔਰ ਇਨਕੁਆਇਰੀ ਦਾ ਇੰਤਜ਼ਾਰ 'ਚ ਹਾਂ, ਔਰ ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਕੋਲ ਪੁੱਛ ਕੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਡਾਕਟਰ ਸਾਹਿਬ। ਅਗਲੇ ਹਫ਼ਤੇ ਫਿਰ ਆਪਾਂ ਹਾਜ਼ਰ ਹੋਵਾਂਗੇ ਨਵਾਂ ਪ੍ਰੋਗਰਾਮ ਲੈ ਕੇ। ਸਾਰੇ ਸਰੋਤਾਵਾਂ ਨੂੰ ਨਮਸਕਾਰ। ਨਮਸਕਾਰ। ਹੱਥ ਫੜ ਕਾਸੇ ਨੂੰ ਨੰਗੇ ਪੈਰੀਂ ਤੁਰ ਪਏ ਹਾਂ, ਹੱਥ ਫੜ ਕੇ ਕਾਸੇ ਨੂੰ ਨੰਗੇ ਪੈਰੀਂ ਤੁਰ ਪਏ ਹਾਂ। ਦੂਰ ਦੂਰ ਤੱਕ ਹੁੰਦੀਆਂ ਗੱਲਾਂ ਤਕਦੀਰ ਦੀਆਂ, ਦੂਰ ਦੂਰ ਤੱਕ ਹੁੰਦੀਆਂ ਗੱਲਾਂ ਤਕਦੀਰ ਦੀਆਂ। ਅਸੀਂ ਕੰਨਾਂ ਵਿੱਚ ਪਾਈਆਂ ਮੁਦਰਾਂ ਪੀੜ ਦੀਆਂ, ਇਸ਼ਕ ਹੀਰ ਦਾ ਬੰਨਿਆ ਮੌਜਾਂ ਧੀਰ ਦੀਆਂ। ਉਸ ਮਿੱਟੀ ਦਾ ਕਰਜ਼ ਰਾਮਪਰੀ ਸਮਝੀ ਤੂੰ, ਉਸ ਮਿੱਟੀ ਦਾ ਕਰਜ਼ ਰਾਮਪਰੀ ਸਮਝੀ ਤੂੰ। ਜੋ ਪੀਰੇ ਨੂੰ ਸਮਝਣ ਬਣ ਬਲਬੀਰ ਦੀਆਂ, ਜੋ ਪੀਰੇ ਨੂੰ ਸਮਝਣ ਬਣ ਬਲਬੀਰ ਦੀਆਂ। ਅਸੀਂ ਕੰਨਾਂ ਵਿੱਚ ਪਾਈਆਂ ਮੁੰਦਰਾਂ ਪੀਰ ਦੀਆਂ, ਇਸ਼ਕ ਹੀਰ ਦਾ ਬੰਨਿਆ ਮੌਜਾਂ ਉਸ ਧੀਰ ਦੀਆਂ। ਕੀ ਲੋਕੀ ਨੇ ਕਹਿੰਦੇ